ਸਤਿ ਸ਼੍ਰੀ ਅਕਾਲ ਬੱਚਿਓ। ਮੈਂ ਤੁਹਾਡਾ ਪੰਜਾਬੀ ਅਧਿਆਪਕ ਧਰਮਵੀਰ ਸਿੰਘ। ਅੱਜ ਦਾ ਜੋ ਆਪਣਾ ਵਿਸ਼ਾ ਹੈ ਉਹ ਹੈ ਪ੍ਰਸੰਗ ਸਹਿਤ ਵਿਆਖਿਆ। ਅੱਜ ਆਪਾਂ ਨੇ ਸਿੱਖਣਾ ਹੈ ਕਿ ਪ੍ਰਸੰਗ ਸਹਿਤ ਵਿਆਖਿਆ ਕਿਸ ਤਰ੍ਹਾਂ ਕਰਨੀ ਹੈ। ਪ੍ਰਸੰਗ ਸਹਿਤ ਵਿਆਖਿਆ ਨੂੰ ਕਰਨ ਲੱਗਿਆਂ ਕਈ ਬੱਚੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਕਰੀਏ। ਉਹਨਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਇਹ ਬਿਲਕੁਲ ਸੌਖਾ ਕੰਮ ਹੈ ਕਿਉਂਕਿ ਇਸ ਨੂੰ ਦੇਖ ਕੇ ਹੀ ਤਾਂ ਕਰਨਾ ਹੁੰਦਾ ਹੈ। ਆਓ ਆਪਾਂ ਸਮਝਦੇ ਹਾਂ ਕਿ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਵੀ ਇਹ ਸਾਡੇ ਲਈ ਕੰਮ ਹੋਰ ਵੀ ਸੌਖਾ ਹੋ ਜਾਵੇ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਸੰਗ ਬਾਰੇ। ਜਦੋਂ ਅਸੀਂ ਸਤਰਾਂ ਪੜ੍ਹਦੇ ਹਾਂ, ਜਿਵੇਂ ਕਿ ਅਸੀਂ ਇੱਥੇ ਤੁਹਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਪਵਨ ਗੁਰੂ ਪਾਣੀ ਪਿਤਾ ਜੋ ਜਪਜੀ ਸਾਹਿਬ ਜੀ ਦੇ ਅਖੀਰ ਵਿੱਚ ਆਉਂਦਾ ਸ਼ਲੋਕ ਹੈ ਉਹ ਲਿਆ ਹੈ। ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪੜ੍ਹਦੇ ਸਾਰ ਹੀ ਪਤਾ ਲੱਗ ਜਾਏਗਾ ਕਿ ਵੀ ਇਹ ਕਿਸ ਦੀ ਰਚਨਾ ਹੈ, ਕਿਸ ਪੁਸਤਕ ਵਿੱਚੋਂ ਲਈ ਗਈ ਹੈ ਅਤੇ ਕਿਸ ਸਿਰਲੇਖ ਹੇਠ ਦਰਜ ਹੈ। ਇਹ ਤਿੰਨੇ ਗੱਲਾਂ ਭਾਵ ਕਿਤਾਬ ਦਾ ਨਾਮ, ਕਵੀ ਦਾ ਨਾਮ ਅਤੇ ਕਵਿਤਾ ਦਾ ਨਾਮ, ਇਹ ਤਿੰਨ ਗੱਲਾਂ ਬਹੁਤ ਹੀ ਜ਼ਰੂਰੀ ਹਨ ਪ੍ਰਸੰਗ ਸਹਿਤ ਵਿਆਖਿਆ ਦੇ ਲਈ। ਜਦੋਂ ਅਸੀਂ ਸਤਰਾਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਾਂ ਇਹ ਤਿੰਨੇ ਗੱਲਾਂ ਹਰ ਹਾਲਤ ਦੇ ਵਿੱਚ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਵੀ ਉਹ ਰਚਨਾ ਜਿਸ ਦੀ ਅਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਉਸ ਦਾ ਨਾਮ ਕੀ ਹੈ, ਕਿਸ ਦੁਆਰਾ ਲਿਖੀ ਗਈ ਹੈ ਅਤੇ ਕਿਸ ਸਿਰਲੇਖ ਹੇਠ ਦਰਜ ਹੈ। ਇਹ ਗੱਲਾਂ ਪ੍ਰਸੰਗ ਵਿੱਚ ਆਪਾਂ ਲਿਖਦੇ ਹਾਂ। ਜਿਵੇਂ ਕਿ ਇੱਥੇ ਮੈਂ ਤੁਹਾਡੇ ਸਾਹਮਣੇ ਪ੍ਰਸੰਗ ਬਾਰੇ ਦੱਸਣ ਜਾ ਰਿਹਾ ਹਾਂ ਕਿ ਕਿਸ ਤਰ੍ਹਾਂ ਲਿਖਣਾ ਹੈ। ਹਾਂਜੀ, ਆਓ ਸ਼ੁਰੂ ਕਰੀਏ। ਪ੍ਰਸੰਗ ਇਹ ਕਾਵਿ ਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੋਮਣੀ ਬਾਣੀ ਜਪਜੀ ਸਾਹਿਬ ਦੇ ਅਖੀਰ ਵਿੱਚ ਆਉਂਦਾ ਸ਼ਲੋਕ ਹੈ ਜੋ ਕਿ ਸਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਪਵਨ ਗੁਰੂ ਪਾਣੀ ਪਿਤਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਨੇ ਇਸ ਸ੍ਰਿਸ਼ਟੀ ਦੇ ਸਰੂਪ ਬਾਰੇ ਦੱਸਦੇ ਹੋਏ ਸਿਮਰਨ ਕਰਨ ਭਾਵ ਇਮਾਨਦਾਰੀ ਨਾਲ ਚੰਗੇ ਕਰਮ ਕਰਨ ਦੇ ਮਹੱਤਵ ਬਾਰੇ ਦੱਸਿਆ ਹੈ। ਤਾਂ ਦੇਖੋ ਵਿਦਿਆਰਥੀਓ, ਇਹ ਸੀ ਆਪਣਾ ਪ੍ਰਸੰਗ ਅਤੇ ਹੁਣ ਆਪਾਂ ਨੇ ਕਰਨੀ ਹੈ ਵਿਆਖਿਆ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ ਪ੍ਰਸੰਗ ਦੇ ਵਿੱਚ ਉਹ ਹਰੇਕ ਕਵਿਤਾ ਦੇ ਵਿੱਚ ਢੁਕਵੀਆਂ ਹਨ, ਉਹ ਆਉਣੀਆਂ ਹੀ ਆਉਣੀਆਂ ਹਨ, ਉਹ ਤੁਹਾਨੂੰ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ ਹਨ। ਉਸ ਤੋਂ ਬਾਅਦ ਜਦੋਂ ਅਸੀਂ ਵਿਆਖਿਆ ਕਰਨੀ ਹੈ, ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਜਿਵੇਂ ਸਾਡੇ ਸਾਹਮਣੇ ਸ਼ਲੋਕ ਹੈ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਸਿਰਲੇਖ ਹੇਠ ਜੋ ਦਰਜ ਹੈ ਆਪਣੀ ਪੁਸਤਕ ਦੇ ਵਿੱਚ, ਜਿਹੜੇ ਸਾਨੂੰ ਸ਼ਬਦ ਔਖੇ ਲੱਗਦੇ ਨੇ ਉਹਨਾਂ ਦੇ ਅਰਥ ਨੇ ਜੋ ਉਹਨਾਂ ਨੂੰ ਅੰਡਰਲਾਈਨ ਕਰ ਲਓ ਜਾਂ ਉਹਨਾਂ ਨੂੰ ਅਲੱਗ ਲਿਖ ਲਓ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਪਣੀ ਪੁਸਤਕ ਦੇ ਵਿੱਚੋਂ ਪਤਾ ਕਰੋ ਜਾਂ ਆਪਣੇ ਅਧਿਆਪਕ ਨਾਲ ਸੰਪਰਕ ਕਰੋ। ਇਹ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਸਮਝਣਾ ਪੈਣਾ ਹੈ, ਇਹ ਬਹੁਤ ਹੀ ਜ਼ਰੂਰੀ ਹੈ। ਜਦੋਂ ਤੁਸੀਂ 2-4 ਵਾਰ ਕੀਤਾ, ਤੁਹਾਡੀ ਆਦਤ ਹੋ ਗਈ ਤਾਂ ਤੁਹਾਨੂੰ ਲੱਗੇਗਾ ਇਹ ਕੰਮ ਤਾਂ ਹੈ ਹੀ ਬਹੁਤ ਸੌਖਾ ਕਿਉਂਕਿ ਅਸੀਂ ਕਰਨਾ ਹੀ ਦੇਖ ਕੇ ਹੈ। ਇਸ ਲਈ ਸਾਨੂੰ ਸ਼ਬਦਾਂ ਦੇ ਅਰਥਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਇਸ ਵਿੱਚ ਕੁਝ ਨਹੀਂ, ਇਹ ਕੰਮ ਬਹੁਤ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿਆਖਿਆ ਕਿਸ ਤਰ੍ਹਾਂ ਕਰਨੀ ਹੈ। ਇੱਥੇ ਮੈਂ ਜਿੰਨੇ ਵੀ ਔਖੇ ਸ਼ਬਦ ਨੇ ਉਹ ਵੀ ਲਿਖੇ ਨੇ ਅਤੇ ਨਾਲ ਦੀ ਨਾਲ ਵਿਆਖਿਆ ਵੀ ਕੀਤੀ ਹੈ ਜੋ ਤੁਹਾਡੇ ਲਈ ਸਲਾਈਡਾਂ ਤਿਆਰ ਕੀਤੀਆਂ ਨੇ। ਉਹਨਾਂ ਨੂੰ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨਾ ਹੈ, ਸਮਝਣਾ ਹੈ। ਤੁਸੀਂ ਆਪਣੇ ਆਪ ਵਿੱਚ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਤਿਆਰ ਹੋ ਜਾਵੋਗੇ। ਹਾਂਜੀ, ਸ਼ੁਰੂ ਕਰਦੇ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਵਨ ਹਵਾ, ਸਾਡੇ ਸਵਾਸ, ਸਾਡੇ ਪ੍ਰਾਣ, ਗੁਰੂ ਜੀ ਨੇ ਇਹਨਾਂ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਕਿਉਂਕਿ ਇਹਨਾਂ ਬਿਨਾਂ ਸਾਡਾ ਜੀਵਨ ਨਹੀਂ, ਇਸ ਦੇ ਬਿਨਾਂ ਅਸੀਂ ਜੀ ਨਹੀਂ ਸਕਦੇ। ਇੰਨੀ ਜ਼ਿਆਦਾ ਮਹੱਤਤਾ ਦਿੱਤੀ ਹੈ ਇਸ ਦੀ। ਉਸ ਤੋਂ ਬਾਅਦ ਪਾਣੀ ਪਿਤਾ। ਬੱਚਿਓ, ਜਿੱਥੇ ਕਿਤੇ ਵੀ ਸੰਸਾਰ ਦੇ ਵਿੱਚ ਨਮੀ ਹੈ ਉੱਥੇ ਜੀਵਨ ਹੈ। ਇਸ ਕਰਕੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਕਿਉਂਕਿ ਪਾਣੀ ਹੈ ਜਿਹੜਾ ਉਹ ਸਭ ਜੀਵਾਂ ਦਾ ਪਿਓ ਹੈ।
ਇੰਨੀ ਵੱਡੀ ਮਹਾਨਤਾ ਦਿੱਤੀ ਹੈ। ਉਸ ਤੋਂ ਬਾਅਦ ਮਾਤਾ ਧਰਤ ਮਹੱਤ। ਇਸ ਧਰਤੀ 'ਤੇ ਇਸ ਸੰਸਾਰ 'ਤੇ ਅਸੀਂ ਸਭ ਕੁਝ ਕਰਦੇ ਹਾਂ, ਆਪਣੇ ਚੰਗੇ ਮੰਦੇ ਕਰਮ ਕਰਦੇ ਹਾਂ, ਪਰ ਜਿਹੜੀ ਮਾਂ ਹੈ ਉਹ ਆਪਣੇ ਬੱਚਿਆਂ ਦੀ ਹਮੇਸ਼ਾ ਕੇਅਰ ਕਰਦੀ ਹੈ, ਉਹਨਾਂ ਨੂੰ ਸੰਭਾਲਦੀ ਹੈ। ਉਸੇ ਤਰ੍ਹਾਂ ਧਰਤੀ ਵੀ ਸਾਡੇ ਚੰਗੇ ਮੰਦੇ ਕਰਮ ਝੱਲਦੀ ਆ, ਸਾਡੀ ਕੇਅਰ ਕਰਦੀ ਆ, ਸਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਇਸ ਧਰਤੀ 'ਤੇ ਰਹਿ ਕੇ। ਇਸ ਕਰਕੇ ਗੁਰੂ ਜੀ ਨੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਤਦੇ ਸਾਨੂੰ ਆਖਿਆ ਜਾਂਦਾ ਹੈ ਅਕਸਰ ਕਿ ਵੀ ਅਸੀਂ ਕੁਦਰਤੀ ਚੀਜ਼ਾਂ ਨੇ ਜੋ ਸਾਨੂੰ ਰਹਿਮਤਾਂ ਮਿਲੀਆਂ ਨੇ ਇੰਨੀਆਂ, ਉਹਨਾਂ ਦੀ ਅਸੀਂ ਕਦਰ ਕਰੀਏ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦਿਵਸ ਦਿਨ ਨੂੰ ਕਿਹਾ ਗਿਆ, ਦੋਏ ਭਾਵ ਦੋਵੇਂ। ਦਿਵਸ ਦਾਇਆ ਭਾਵ ਦਿਨ ਖਿਡਾਵਾ ਹੈ। ਰਾਤ ਦਾਈ ਜਿਹੜੀ ਰਾਤ ਆ ਉਹ ਖਿਡਾਵੀ ਹੈ। ਸਗਲ ਸਾਰਾ ਸੰਸਾਰ ਭਾਵ ਦਿਨ ਅਤੇ ਰਾਤ ਦੋਵੇਂ ਖਿਡਾਵਾ ਅਤੇ ਖਿਡਾਵੀ ਹਨ। ਸਾਰਾ ਸੰਸਾਰ ਖੇਡ ਰਿਹਾ ਹੈ ਭਾਵ ਆਪਣੇ ਕਰਮਾਂ ਦੇ ਵਿੱਚ ਬੀਜੀ ਹੈ। ਭਾਵ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨੇ ਕਾਰ ਵਿਹਾਰ ਵਿੱਚ ਆਪਣੇ ਆਪਣੇ ਕੰਮਾਂ ਦੇ ਵਿੱਚ ਪਰਚੇ ਪਏ ਹਨ, ਮਸਤ ਹਨ ਆਪਣੇ ਆਪਣੇ ਕੰਮਾਂ ਦੇ ਵਿੱਚ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਵਾਚੈ ਪਰਖਦਾ ਹੈ, ਪੜ੍ਹਦਾ ਹੈ ਸਾਨੂੰ। ਹਦੂਰ ਅਕਾਲ ਪੁਰਖ ਦੀ ਹਜ਼ੂਰੀ ਵਿੱਚ, ਅਕਾਲ ਪੁਰਖ ਦੇ ਦਰ 'ਤੇ ਭਾਵ ਧਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਕਰਮੀ ਕਰਮਾਂ ਦੇ ਅਨੁਸਾਰ, ਕੇ ਕਈ ਜੀਵ, ਨੇੜੈ ਅਕਾਲ ਪੁਰਖ ਦੇ ਨਜ਼ਦੀਕ ਭਾਵ ਆਪੋ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਚਲੇ ਜਾਂਦੇ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦਾ ਨਾਮ ਸਿਮਰਿਆ ਹੈ ਭਾਵ ਦਿਲੋਂ, ਸੱਚੇ ਦਿਲੋਂ ਆਪਣੇ ਕੰਮਾਂ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ, ਮਿਹਨਤ ਕੀਤੀ ਹੈ, ਮਸ਼ੱਕਤ ਕਾਲ ਬਹੁਤ ਪਿਆਰ ਨਾਲ ਬਹੁਤ ਮਿਹਨਤ ਕੀਤੀ ਹੈ, ਕਾਲ ਕੀਤੀ ਹੈ, ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ ਹੈ। ਭਾਵ ਹੈ ਨਾਨਕ ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ ਹੈ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮੁਖ ਉਜਲੇ ਉਜਲ ਮੁਖ ਵਾਲੇ, ਕੇਤੀ ਕਈ ਜੀਵ ਛੁੱਟੀ ਮੁਕਤ ਹੋ ਗਏ, ਮਾਇਆ ਦੇ ਬੰਧਨਾਂ ਤੋਂ ਰਹਿਤ ਹੋ ਗਏ। ਮਤਲਬ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਲਾਲਚ ਨਹੀਂ ਰਿਹਾ, ਉਹ ਸੋਹਣੇ ਮੁਖ ਵਾਲੇ ਨੇ, ਉਹ ਇਮਾਨਦਾਰ ਨੇ। ਉਹਨਾਂ ਦੀ ਸੰਗਤ ਵਿੱਚ ਰਹਿ ਕੇ ਹੋਰ ਲੋਕ ਵੀ ਤਰ ਗਏ ਨੇ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਚੰਗੇ ਕਰਮ ਕੀਤੇ ਨੇ, ਚੰਗੇ ਰਸਤੇ ਚੁਣੇ ਨੇ। ਭਾਵ ਅਕਾਲ ਪੁਰਖ ਦੇ ਦਰ 'ਤੇ ਉਹ ਉਜਲ ਮੁਖ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕੂੜ ਦੀ ਪਾਲ ਢਾਹ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਹਾਂਜੀ ਬੱਚਿਓ, ਇਹ ਸੀ ਆਪਣਾ ਸ਼ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਗਿਆ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਤੁਸੀਂ ਇਸ ਨੂੰ 2-3 ਵਾਰ ਸਮਝ ਲੈਣਾ ਹੈ। ਜੋ ਮੈਂ ਤੁਹਾਨੂੰ ਨੁਕਤੇ ਦੱਸੇ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਹੈ। ਤੁਸੀਂ ਆਪਣੇ ਆਪ ਵਿੱਚ ਬਦਲਾਅ ਮਹਿਸੂਸ ਕਰੋਗੇ ਕਿਉਂਕਿ ਇਹ ਸਿਰਫ ਦੇਖ ਕੇ ਕਰਨ ਵਾਲਾ ਕੰਮ ਹੈ। ਔਖੇ ਸ਼ਬਦਾਂ ਦੇ ਅਰਥ ਤੁਹਾਡੀ ਪੁਸਤਕ ਵਿੱਚ ਦਿੱਤੇ ਗਏ ਨੇ, ਉਹਨਾਂ ਨੂੰ ਤੁਸੀਂ ਜਦੋਂ 2-3 ਵਾਰ ਪੜ੍ਹੇਂਗੇ ਹੋ ਤਾਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਜਿੱਥੇ ਕਿਤੇ ਵੀ ਤੁਹਾਨੂੰ ਕੋਈ ਅੜਚਣ ਲੱਗਦੀ ਹੈ, ਕੋਈ ਗੱਲ ਨਹੀਂ ਸਮਝ ਆਉਂਦੀ ਤਾਂ ਆਪਣੇ ਅਧਿਆਪਕਾਂ ਨਾਲ ਜ਼ਰੂਰ ਸੰਪਰਕ ਕਰ ਲੈਣਾ ਹੈ। ਧੰਨਵਾਦ ਜੀ।